ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 3 ਦੇਸ਼ਾਂ ਦੇ ਦੌਰੇ ਲਈ ਹੋਣਗੇ ਰਵਾਨਾ। ਕੈਨੇਡਾ 'ਚ G7 ਸਿਖਰ ਸੰਮੇਲਨ ਵਿੱਚ ਲੈਣਗੇ ਹਿੱਸਾ। G7 ਦੇਸ਼ਾਂ ਦੇ ਲੀਡਰਾਂ ਅਤੇ ਗਲੋਬਲ ਸੰਗਠਨਾਂ ਦੇ ਅਧਿਕਾਰੀਆਂ ਨਾਲ ਕਰਨਗੇ ਚਰਚਾ। केंद्रीय मंत्री राम मोहन नायडू ने जहाज हादसे बारे दी जानकारी। कहा पायलट ने ATC नूं संकट बारे दी सी सूचना। गृह सकत्तर की अगवाई में जांच कमेटी गठित। बोइंग सीरीज़ के सारे 34 जहाज़ों की जा रही है जांच। लुधियाना पश्चिमी सीट से चोण प्रचार भखिया। हरियाणा के CM नायब सिंह सैनी ने BJP लिए किया चोण प्रचार। कहा केंद्र ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਪੰਜਾਬ ਸਰਕਾਰ। ਕਾਂਗਰਸ ਲਈ ਅਲਕਾ ਲਾਂਬਾ, ਆਪ ਲਈ ਮਨੀਸ਼ ਸਿਸੋਦੀਆ ਤੇ ਸ਼੍ਰੋਮਣੀ ਅਕਾਲੀ ਦਲ ਲਈ ਸੁਖਬੀਰ ਸਿੰਘ ਬਾਦਲ ਨੇ ਕੀਤਾ ਚੋਣ ਪ੍ਰਚਾਰ। NTA ਵੱਲੋਂ ਨੀਟ UG 2025 ਦਾ ਨਤੀਜਾ ਜਾਰੀ। ਰਾਜਸਥਾਨ ਦੇ ਮਹੇਸ਼ ਨੇ ਦੇਸ਼ ਭਰ ਵਿੱਚ ਹਾਸਲ ਕੀਤਾ ਪਹਿਲਾ ਰੈਂਕ। पंजाब का केशव मित्तल 7वें रैंक नाल बनिया सूबे का टॉपर। पंजाब पुलिस ने सूबे भर में चलाया ऑपरेशन कासो। पुलिस के सीनियर अधिकारियों वालों की गई अगवाई। नशा तस्करां दे घरां च की गई छापेमारी। ते हुण खबरां विस्तार नाल। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 3 ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਣਗੇ। ਯਾਤਰਾ ਦੇ ਪਹਿਲੇ ਪੜਾਅ ਵਿੱਚ ਉਹ ਸਾਈਪ੍ਰਸ ਗਣਰਾਜ ਜਾਣਗੇ। ਇਹ 2 ਦਹਾਕਿਆਂ ਤੋਂ ਵੀ ਵੱਧ ਸਮੇਂ ਵਿੱਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਸਾਈਪ੍ਰਸ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਉੱਥੋਂ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲੀਡੇਜ਼ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਉਹ ਵਪਾਰਿਕ ਲੀਡਰਾਂ ਨੂੰ ਸੰਬੋਧਨ ਵੀ ਕਰਨਗੇ। ਉਸ ਤੋਂ ਬਾਅਦ ਸੋਮਵਾਰ ਨੂੰ ਮੋਦੀ ਕੈਨੇਡਾ ਜਾਣਗੇ ਤੇ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੀ ਇਸ ਸੰਮੇਲਨ ਵਿੱਚ ਲਗਾਤਾਰ 6ਵੀਂ ਹਿੱਸੇਦਾਰੀ ਹੋਵੇਗੀ। ਉਹ G7 ਦੇਸ਼ਾਂ ਸਮੇਤ ਸੱਦੇ ਗਏ ਦੇਸ਼ਾਂ ਦੇ ਲੀਡਰਾਂ ਅਤੇ ਗਲੋਬਲ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਆਪਣੀ ਯਾਤਰਾ ਦੇ ਤੀਸਰੇ ਪੜਾਅ ਵਿੱਚ 18 ਜੂਨ ਨੂੰ ਕ੍ਰੋਏਸ਼ੀਆ ਗਣਰਾਜ ਪਹੁੰਚਣਗੇ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਉੱਥੋਂ ਦਾ ਇਹ ਪਹਿਲਾ ਸਰਕਾਰੀ ਦੌਰਾ ਹੋਵੇਗਾ ਤੇ ਉਹ ਆਪਣੇ ਹਮਅਹੁਦਾ ਔਂਗਰੀਜ਼ ਪਲੇਨਕੋਵਿਕ ਦੇ ਨਾਲ ਦੁਵੱਲੀ ਬੈਠਕ ਕਰਨਗੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਬਾਰੇ ਪੱਤਰਕਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਨੇ ATC ਨੂੰ ਸੰਕਟ ਬਾਰੇ ਸੂਚਨਾ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਜਹਾਜ਼ ਵਿੱਚ 230 ਯਾਤਰੀ ਅਤੇ 12 ਕ੍ਰੂ ਮੈਂਬਰ ਸਵਾਰ ਸਨ। ਨਾਇਡੂ ਨੇ ਕਿਹਾ ਕਿ ਏਅਰ ਇੰਡੀਆ ਦੇ AI 787 ਇਹ ਹਾਦਸਾ ਵੀਰਵਾਰ ਦੁਪਹਿਰੇ 1:40 ਤੇ ਵਾਪਰਿਆ ਸੀ, ਜਿਸ ਦਾ ਬਲੈਕ ਬਾਕਸ ਬਰਾਮਦ ਕਰ ਲਿਆ ਗਿਆ ਹੈ, ਜਿਸ ਦੀ ਜਾਂਚ ਤੋਂ ਹਾਦਸੇ ਦੇ ਕਾਰਨਾਂ ਦਾ ਪਤਾ ਲੱਗੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਬਾਰੇ ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿੱਚ ਕੇਂਦਰ ਅਤੇ ਸੂਬੇ ਦੇ ਅਧਿਕਾਰੀ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਪੀੜਿਤ ਪਰਿਵਾਰਾਂ ਨਾਲ ਖੜੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਵਾਈ ਸੁਰੱਖਿਆ ਨਾਲ ਸੰਬੰਧਿਤ ਇੱਕ ਉੱਚ ਪੱਧਰੀ ਬੈਠਕ ਕੀਤੀ ਗਈ ਹੈ ਅਤੇ ਇਸ ਦੇ ਨਾਲ ਬੋਇੰਗ ਸੀਰੀਜ਼ ਦੇ ਸਾਰੇ 34 ਜਹਾਜ਼ਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। Near Ahmedabad airport shook the entire nation. And my deepest condolences to all the families who have lost their loved ones in the incident. And one important update from the technical investigation which is happening through the AIB is the recovery of the black box yesterday around 5 p.m. from the site. The AIB team believes that this decoding of the black box is going to give a in-depth insight into what would have actually happened during the process of the crash or moments before the crash itself. ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਲੰਡਨ ਵਿੱਚ ਭਾਰਤੀ ਸਫਾਰਤਖਾਨੇ ਦੇ ਬਾਹਰ ਸ਼ਰਧਾਂਜਲੀ ਦਿੱਤੀ ਗਈ। ਇਹ ਲੰਡਨ ਵਿੱਚ ਭਾਰਤੀ ਸਫਾਰਤਖਾਨਾ ਹੈ ਜਿੱਥੇ ਜਹਾਜ਼ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਜਹਾਜ਼ ਵਿੱਚ 53 ਬ੍ਰਿਟਿਸ਼ ਨਾਗਰਿਕ ਵੀ ਸ਼ਾਮਲ ਸਨ ਜਿਹੜੇ ਇਸ ਹਾਦਸੇ ਵਿੱਚ ਮਾਰੇ ਗਏ ਸਨ ਅਤੇ 169 ਭਾਰਤੀ ਸ਼ਾਮਲ ਸਨ। 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਯੋਗ ਕਨੈਕਟ 2025 ਗਲੋਬਲ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਆਯੂਸ਼ ਮੰਤਰੀ ਪ੍ਰਤਾਪ ਰਾਓ ਜਾਦਵ ਅਤੇ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
इस दौरान योग गुरु बाबा रामदेव परमार्थ निकेतन के प्रमुख स्वामी चिन्मानंद सरस्वती भी मौजूद सन। आयुष मंत्री प्रताप राव जाधव ने कहा कि योग कई बीमारियों नाल वधिया तरीके नाल नजिठण विच कामयाब है। यही कारण है कि दुनिया भर विच योगाचार्या की मांग वध रही है। अध्ययनों से पता चलता है कि योग डायबिटीज के प्रबंधन, हृदय स्वास्थ्य में सुधार और यहां तक कि कैंसर रोगियों और बुजुर्गों को उनकी बीमारी से बेहतर तरीके से निपटने में मददगार है। लुधियाना पश्चिमी सीट ते होने वाली जिमनी चोण लई सियासी पार्टियां वालों चोण प्रचार जोरां नाल कीता जा रहा है। इस सीट तो भारतीय जनता पार्टी के उम्मीदवार जीवन गुप्ता के चोण प्रचार ने उस वेले होर जोर फड़ लिया जदों हरियाणा के मुख मंत्री नायब सिंह सैनी वालों बीजेपी लिए चोण प्रचार की अज शुरुआत की गई तो बीजेपी के वर्करां विच होर जोश भर गया। हरियाणा के मुख मंत्री नायब सिंह सैनी ने पत्रकारों नाल गलबात करदियां कहा कि लुधियाना की यह जिमनी चोण 2027 दी चोणां दी मजबूत नहीं है। उन्होंने आगे कहा कि पंजाब सरकार केंद्र दी योजनावां नूं लागू करने विच नाकाम रही है। कांग्रेस अते आप पार्टी भ्रिष्टाचार की राह ते चल रही ने। देखिए, अब ये जितना झूठ इन्होंने बोला है, ये तो मंच के ऊपर ये खड़े होकर के बोलते थे कि मैं कट्टर ईमानदार हूं, मेरी पार्टी कट्टर ईमानदार है। और मैं आपको एक और बात बता देना चाहता हूं, कांग्रेस और आम आदमी कमरे में बैठ करके एक की थाली में भोजन करते हैं। इसका उदाहरण है, ये एक दूसरे को गाली देते थे, एक दूसरे को गाली दे करके एक दूसरे से समझौता कर लिया। मेरे हरियाणा में कर लिया, जहां से मैं सांसद था वहीं पर खड़ा कर दिया एक व्यक्ति, कांग्रेस ने और आम आदमी ने मिलकर के, परंतु उसको अपने मुंह की खानी पड़ी। उधर कांग्रेस, आम आदमी पार्टी और श्रोमणी अकाली दल के सीनियर आगू भी अज अपने अपने उम्मीदवारों का चोण प्रचार करने लिए लुधियाना पुजे, जिस नाल इन्हां पार्टियां के वर्करां विच जोश भर आया। कांग्रेस के सीनियर आगू अलका लांबा अपने उम्मीदवार भारत भूषण आशू भी चोण मुहिम में हिस्सा लैण लई अज लुधियाना पहुंचे। उन्होंने कहा कि आम आदमी पार्टी की सरकार बहुत जल्दी चली जाएगी और कांग्रेस सरकार पंजाब विच अपनी सरकार बनाएगी। उधर आम आदमी पार्टी के उम्मीदवार संजीव अरोड़ा का चोण प्रचार करने लिए आप दे सीनियर लीडर मनीष सिसोदिया पहुंचे। उन्होंने वर्करां नूं संजीव अरोड़ा नूं जिताउण लई मेहनत करने लई प्रेरित किया। इधर श्रोमणी अकाली दल के उम्मीदवार लिए पार्टी के सीनियर आगू सुखबीर सिंह बादल लुधियाना चोण प्रचार करने लिए पहुंचे तो उन्होंने वालों चोण प्रचार की शुरुआत करने नाल वर्करां विच जोश भर गया। भारतीय पुलाड़ यात्री शुभांशु शुक्ला के एक्सियोम 4 मिशन का इसरो वालों नवीं लॉन्च तरीक का ऐलान कर दिता गया है। मिशन हुण 19 जून को लॉन्च किया जाएगा। यह मिशन फ्लोरिडा विच नासा के कैनेडी स्पेस सेंटर तो स्पेस एक्स फॉल्कन 9 रॉकेट तो उड़ान भरेगा। केंद्रीय मंत्री जितेंद्र सिंह ने भी सोशल मीडिया से इस बारे जानकारी दी है। उन्होंने दस्सिया कि भारतीय पुलाड़ यात्री शुभांशु शुक्ला के एक्सियोम 4 मिशन को अणमिथे समय लिए अगे पाउण तो कुछ दिनों बाद नासा ने नवीं लॉन्च तरीक का ऐलान किया है। पर इस लॉन्च की पुष्टि भारतीय पुलाड़ खोज संगठन इसरो ने एक्सियोम स्पेस और स्पेस एक्स विचाले एक महत्वपूर्ण बैठक तो बाद की है। शुभांशु शुक्ला भारतीय फौज के एक पायलट और इसरो के सब तो नवे पुलाड़ यात्री एक्सियोम 4 मिशन के एक दल विच शामिल होंगे। नैशनल टेस्टिंग एजेंसी NTA ने नीट UG 2025 का नतीजा जारी कर दिता है। इस साल नीट UG परीक्षा 4 मई को आयोजित की गई सी। इस साल इस परीक्षा में 12,36,531 परीक्षार्थियों ने क्वालीफाई किया सी। नीट UG 2025 की टॉप रैंक की लिस्ट में राजस्थान के महेश कुमार ने ऑल इंडिया रैंक में पहला थां हासिल किया है। उन्होंने 99.999957 परसेंटाइल स्कोर हासिल किए हैं। इस तो बाद मध्य प्रदेश के उत्कर्ष अवध्या ने दूजा रैंक, जबकि महाराष्ट्र के करशांग जोशी ने तीजा रैंक और दिल्ली के मृणाल किशोर और अविका अग्रवाल ने क्रमवार चौथे ते पंजवां रैंक हासिल किया है। जबकि पंजाब का केशव मित्तल 7वां रैंक हासिल करके पंजाब का टॉपर बनिया है। ये परीक्षा देश की सब तो वड्डी मैडिकल परीक्षा है, जिस विच हर साल लखां विद्यार्थी MBBS BDS वर्गे कोर्सां विच दाखले लई अपनी किस्मत अजमाउंदे ने। पंजाब में चलाई जा रही युद्ध नशियां विरुद्ध मुहिम तहत पंजाब पुलिस वालों आज जलंधर में ਵੱਖ-ਵੱਖ ਥਾਵਾਂ ਤੇ नशा तस्करां के घरां ਵਿੱਚ छापेमारी की गई। कार्डन एंड सर्च ऑपरेशन यानी कासो तहत नशा तस्करां विरुद्ध जलंधर ਦੀਆਂ 8 ਥਾਵਾਂ ਤੇ ਇਹ छापेमारी की गई। जो युद्ध नशा विरुद्ध वार अगेंस्ट ड्रग्स, इस कैंपेन के तहत यहाँ कॉर्डन एंड सर्च ऑपरेशन चलाया जा रहा है
यहाँ पे 8 ऐसे हॉटस्पॉट्स को आइडेंटिफाई किया गया है और उनमें पुलिस द्वारा अलग अलग गेस्टेड ऑफिसर्स के, डीएसपी लेवल के, एसपी लेवल के ऑफिसर्स के इंचार्ज बना के वहाँ सर्च ऑपरेशन चलाया जा रहा है, जिसमें मेन पर्पज़ उस एरिया को सील करके और वहाँ से जो ड्रग्स पेडलर या जो इन्फॉर्मेशन वगैरह है उनको पकड़ के उनके खिलाफ कार्रवाई करने का भी किए गए हैं कुछ लोग। इसमें ज़रूर इसमें कुछ रिकवरीज और कुछ पेडलर और सप्लायर्स वगैरह को राउंड अप किया गया है। वो आपको डिटेल जिसकी शाम को इसकी देखिए, हमारे इस ऑपरेशन में जो हम एज ए कैंपेन चला रहे हैं ड्रग्स के खिलाफ, इसमें जो एडिक्ट्स हैं उनको डी एडिक्ट करना, उनकी ट्रीटमेंट करना, रिहेबिलिटेट करना एक बहुत इंपॉर्टेंट पार्ट है। तो जालंधर में अभी तक 260 से ज़्यादा लोगों को पुलिस द्वारा डी एडिक्शन सेंटर्स में भर्ती करवाया गया है और उनकी ट्रीटमेंट वहां शुरू करवाई गई है। ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ਤੇ ਪਹਿਲ ਸੰਸਥਾ ਵੱਲੋਂ ਜਲੰਧਰ ਦੇ ਰੈੱਡ ਕਰਾਸ ਭਵਨ ਵਿਖੇ ਇੱਕ ਮਹੱਤਵਪੂਰਨ ਅਤੇ ਅਰਥਪੂਰਨ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪਹਿਲ ਦੇ ਸੰਸਥਾਪਕ ਪ੍ਰੋਫੈਸਰ ਲਖਬੀਰ ਸਿੰਘ ਦੀ ਜਯੰਤੀ ਮੌਕੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕੁੱਲ 50 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਹਨਾਂ ਵਿੱਚੋਂ 25 ਤੋਂ ਵੱਧ ਯੂਨਿਟ ਨੌਜਵਾਨ ਇੰਟਰਨਸ ਵੱਲੋਂ ਦਾਨ ਕੀਤੇ ਗਏ। ਇਸ ਮੌਕੇ ਕਈ ਕਾਲਜਾਂ ਦੇ ਪ੍ਰਿੰਸੀਪਲ, ਡਾਕਟਰ ਅਤੇ ਕਈ ਪ੍ਰਮੁੱਖ ਐਨਜੀਓ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਹੋਏ। ਇਸ ਮੌਕੇ ਪਹਿਲ ਵੱਲੋਂ ਉਹਨਾਂ ਸਕੂਲਾਂ ਅਤੇ ਕਾਲਜਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਾਲ ਭਰ ਖੂਨਦਾਨ ਕੈਂਪਾਂ ਵਿੱਚ ਭਾਗ ਲੈ ਕੇ ਸਹਿਯੋਗ ਦਿੱਤਾ। ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਦੇ ਕਾਰਨ ਐਤਵਾਰ ਤੋਂ ਸੂਬੇ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ। ਆਉਂਦੇ 4 ਦਿਨਾਂ ਤੱਕ ਪੰਜਾਬ ਵਿੱਚ ਕਈ ਥਾਵਾਂ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਧੂੜ ਭਰੀਆਂ ਹਵਾਵਾਂ ਚੱਲਣਗੀਆਂ ਅਤੇ ਇਸ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਬੀਤੇ 24 ਘੰਟਿਆਂ ਦੌਰਾਨ ਰਾਤ ਦਾ ਵੱਧ ਤੋਂ ਵੱਧ ਤਾਪਮਾਨ 1.3 ਡਿਗਰੀ ਘਟਿਆ ਹੈ। ਇਸ ਦੌਰਾਨ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ, ਲੁਧਿਆਣਾ 43 ਡਿਗਰੀ, ਪਠਾਨਕੋਟ 42.5 ਡਿਗਰੀ, ਫਰੀਦਕੋਟ 44 ਡਿਗਰੀ, ਫਿਰੋਜ਼ਪੁਰ 42.6 ਡਿਗਰੀ ਅਤੇ ਜਲੰਧਰ ਦਾ 41.5 ਡਿਗਰੀ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 30.8 ਡਿਗਰੀ, ਲੁਧਿਆਣਾ ਵਿੱਚ 31 ਡਿਗਰੀ, ਪਟਿਆਲਾ 31.5 ਡਿਗਰੀ, ਬਠਿੰਡਾ 30 ਡਿਗਰੀ, ਫਰੀਦਕੋਟ 31.2 ਡਿਗਰੀ, ਫਿਰੋਜ਼ਪੁਰ 30.9 ਡਿਗਰੀ ਅਤੇ ਜਲੰਧਰ ਦਾ ਘੱਟੋ ਘੱਟ 30.7 ਡਿਗਰੀ ਰਿਹਾ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਸੁਣਨੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 3 ਦੇਸ਼ਾਂ ਦੇ ਦੌਰੇ ਲਈ ਹੋਣਗੇ ਰਵਾਨਾ। ਕੈਨੇਡਾ 'ਚ G7 ਸਿਖਰ ਸੰਮੇਲਨ ਵਿੱਚ ਲੈਣਗੇ ਹਿੱਸਾ। G7 ਦੇਸ਼ਾਂ ਦੇ ਲੀਡਰਾਂ ਅਤੇ ਗਲੋਬਲ ਸੰਗਠਨਾਂ ਦੇ ਅਧਿਕਾਰੀਆਂ ਨਾਲ ਕਰਨਗੇ ਚਰਚਾ। ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਜਹਾਜ਼ ਹਾਦਸੇ ਬਾਰੇ ਦਿੱਤੀ ਜਾਣਕਾਰੀ। ਕਿਹਾ ਪਾਇਲਟ ਨੇ ATC ਨੂੰ ਸੰਕਟ ਬਾਰੇ ਦਿੱਤੀ ਸੀ ਸੂਚਨਾ। ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਗਠਿਤ। ਬੋਇੰਗ ਸੀਰੀਜ਼ ਦੇ ਸਾਰੇ 34 ਜਹਾਜ਼ਾਂ ਦੀ ਕੀਤੀ ਜਾ ਰਹੀ ਹੈ ਜਾਂਚ। ਲੁਧਿਆਣਾ ਪੱਛਮੀ ਸੀਟ ਤੇ ਚੋਣ ਪ੍ਰਚਾਰ ਭਖਿਆ। ਹਰਿਆਣਾ ਦੇ CM ਨਾਇਬ ਸਿੰਘ ਸੈਣੀ ਨੇ BJP ਲਈ ਕੀਤਾ ਚੋਣ ਪ੍ਰਚਾਰ। ਕਿਹਾ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਪੰਜਾਬ ਸਰਕਾਰ। ਕਾਂਗਰਸ ਲਈ ਹਲਕਾ ਲਾਂਬਾ, ਆਪ ਲਈ ਮਨੀਸ਼ ਸਿਸੋਦੀਆ ਤੇ ਸ਼੍ਰੋਮਣੀ ਅਕਾਲੀ ਦਲ ਲਈ ਸੁਖਬੀਰ ਸਿੰਘ ਬਾਦਲ ਨੇ ਕੀਤਾ ਚੋਣ ਪ੍ਰਚਾਰ। NTA ਵੱਲੋਂ ਨੀਟ UG 2025 ਦਾ ਨਤੀਜਾ ਜਾਰੀ। ਰਾਜਸਥਾਨ ਦੇ ਮਹੇਸ਼ ਨੇ ਦੇਸ਼ ਭਰ ਵਿੱਚ ਹਾਸਲ ਕੀਤਾ ਪਹਿਲਾ ਰੈਂਕ। ਪੰਜਾਬ ਦਾ ਕੇਸ਼ਵ ਮਿੱਤਲ 7ਵੇਂ ਰੈਂਕ ਨਾਲ ਬਣਿਆ ਸੂਬੇ ਦਾ ਟੌਪਰ। ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਚਲਾਇਆ ਆਪਰੇਸ਼ਨ ਕਾਸੋ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਤੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਕੀਤੀ ਗਈ ਛਾਪੇਮਾਰੀ। ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।